ਇੱਕ ਦਿਨ ਆਪਣੇ ਨਿਕਟ ਹਕਾਰਾ। ਇਦਾਂ ਕੁਝ ਦਿਨ ਬੀਤ ਗਏ। ਆਨੰਦ ਸਿੰਘ ਉੱਥੇ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਰਹਿੰਦਾ। ਇੱਕ ਦਿਨ ਮਹਾਰਾਜ ਜੀ ਨੇ ਭਾਈ ਆਨੰਦ ਸਿੰਘ ਨੂੰ ਆਪਣੇ ਕੋਲ ਬੁਲਾਇਆ। ਮਹਾਰਾਜ ਜੀ ਨੇ ਆਪਣੀ ਸਭਾ ਵਿੱਚ ਬੁਲਾਇਆ। ਸ਼੍ਰੀ ਮੁਖ ਤੇ ਗੁਰ ਮ੍ਰਿਦੁਲ ਉਚਾਰਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਮਿਰਦਲ ਕੋਮਲ ਜੇ ਸੁਭਾਅ ਨਾਲ ਬੋਲੇ। ਸੁਨੋ ਨੀਂਗਰਾ ਦੇ ਹਮ ਭੇਟਾ। ਮਹਾਰਾਜ ਜੀ ਕਹਿਣ ਲੱਗੇ, ਹੇ ਨੀਂਗਰਾ, ਤੈਨੂੰ ਅਸੀਂ ਇੱਕ ਭੇਟਾ ਦਿੰਨੇ ਆ, ਯਾਨੀ ਕਿ ਸਿੱਖਿਆ ਦਿੰਨੇ ਆ। ਨੀਂਗਰਾ ਕਹਿੰਦੇ ਨੇ ਲੜਕੇ ਨੂੰ, ਹਾਲੇ 18 ਕੁ ਸਾਲ ਦੀ ਉਮਰ ਸੀ ਨਾ, ਬਾਲਕ ਹੀ ਸੀ। ਮਹਾਰਾਜ ਕਹਿੰਦੇ, ਹੇ ਨੀਂਗਰਾ, ਤੈਨੂੰ ਅਸੀਂ ਇੱਕ ਸਿੱਖਿਆ ਦਿੰਦੇ ਹਾਂ, ਉਹ ਸਿੱਖਿਆ ਤੂੰ ਸੁਣ ਲੈ। ਫਿਰ ਜਿਵੇਂ ਤੂੰ ਚੱਲਣਾ ਉਸੇ ਤਰ੍ਹਾਂ ਚੱਲਣੀ, ਜਿਹੜਾ ਰਸਤਾ ਤੈਨੂੰ ਚੰਗਾ ਲੱਗੇ ਉਸੇ ਰਸਤੇ ਚੱਲ ਪਵੇਂ। ਇਤ ਰੁਖ ਕਰ ਇੰਦਰੈਨ ਸਮੇਟ। ਮਹਾਰਾਜ ਜੀ ਕਹਿੰਦੇ, ਸਾਡੇ ਵੱਲ ਧਿਆਨ ਪੂਰਾ ਕਰ ਲੈ ਤੇ ਇੰਦਰੀਆਂ ਨੂੰ ਸਮੇਟ ਲੈ। ਔਰ ਜਿਹੜੀ ਗੱਲ ਅਸੀਂ ਕਹਿਣ ਲੱਗੇ ਆ ਨਾ, ਪੂਰੇ ਧਿਆਨ ਨਾਲ ਇਕਾਗਰਤਾ ਨਾਲ ਸੁਣੀ। ਬਹੁਰ ਕਰੋ ਜਿਮ ਉਰਿਆ ਬਿਲਾਕੀ। ਚੰਗੀ ਤਰ੍ਹਾਂ ਧਿਆਨ ਨਾਲ ਸਾਡੀ ਗੱਲ ਸੁਣੀ। ਮੁੜ ਕੇ ਜੋ ਤੇਰੇ ਮਨ ਦੀ ਅਭਿਲਾਖਾ ਹੋਵੇ, ਤੇਰੇ ਮਨ ਦੀ ਜੋ ਇੱਛਾ ਹੋਵੇ, ਤੂੰ ਉਹੀ ਕਰੀਂ। ਪ੍ਰਥਮ ਪਨੇ ਨਿਰਵ੍ਰਿਤ ਕੀ ਸਾਖੀ। ਮਹਾਰਾਜ ਜੀ ਕਹਿੰਦੇ, ਪਹਿਲਾਂ ਤੈਨੂੰ ਨਿਰਵਿਰਤੀ ਦੀ ਸਾਖੀ ਕਹਿੰਦੇ ਆ, ਕਿ ਨਿਰਵਿਰਤੀ ਮਾਰਗ ਜਿਹੜਾ ਹੈ ਉਹ ਤੈਨੂੰ ਪਹਿਲਾਂ ਦੱਸਦੇ ਆ। ਜੇ ਤੂੰ ਨਿਰਵਿਰਤੀ ਮਾਰਗ ਦੇ ਤੇ ਚੱਲਣਾ ਤਾਂ ਤੈਨੂੰ ਨਿਰਵਿਰਤੀ ਦੇ ਮਾਰਗ ਦੀ ਜਿਹੜੀ ਸਾਖੀ ਹੈ ਉਹ ਅਸੀਂ ਤੈਨੂੰ ਪਹਿਲਾਂ ਦੱਸਦੇ ਹਾਂ। ਬਨ ਮੈਂ ਤਪਸੀ ਇੱਕ ਤਪ ਕਰਤ। ਮਹਾਰਾਜ ਜੀ ਕਹਿੰਦੇ, ਸੁਣੋ, ਆਨੰਦ ਸਿੰਘ ਜੀ ਇੱਕ ਤਪਸਵੀ ਸੀ ਜੋ ਜੰਗਲ 'ਚ ਰਹਿੰਦਾ ਸੀ, ਔਰ ਜੰਗਲ ਦੇ ਵਿੱਚ ਉਹ ਤਪੱਸਿਆ ਕਰਦਾ ਸੀ। ਬੜਾ ਗੂੜ ਤਪਸਵੀ ਸੀ ਔਰ ਬੜੀ ਭਾਰੀ ਤਪੱਸਿਆ ਕਰਦਾ ਹੈ। ਹਿਰਦੈ ਸੰਤੋਖ ਪ੍ਰਾਣ ਕੋ ਤਰਤ। ਔਰ ਤਪੱਸਿਆ ਕਰਕੇ ਉਹ ਆਪਣੇ ਮਨ 'ਚ ਸੰਤੋਖ ਰੱਖਦਾ ਹੈ। ਉਹਨੇ ਪ੍ਰਣ ਰੱਖਿਆ ਹੋਇਆ ਕਿ ਸੰਤੋਖੀ ਬਣ ਕੇ ਰਹਿਣਾ। ਸੰਤੋਖ ਦੀ ਬਿਰਤੀ ਉਸ ਤਪਸਵੀ ਦੇ ਮਨ ਵਿੱਚ ਬਣੀ ਹੋਈ ਹੈ। ਔਰ ਟਿਗ ਰਹਿ ਕੁਟੀ ਮੈਂ ਬੈਸਾ। ਜੰਗਲ ਵਿੱਚ ਇੱਕ ਕੁਟੀਆ ਹੈ, ਉਹਦੇ ਵਿੱਚ ਉਹ ਬੈਠਾ ਰਹਿੰਦਾ। ਨੇੜੇ ਹੀ ਇੱਕ ਨਗਰ ਸੀ, ਥੋੜੀ ਦੂਰੀ ਤੇ ਜਿੱਥੇ ਉਹ ਰਹਿੰਦਾ ਸੀ ਜੰਗਲ ਵਿੱਚ ਕੁਟੀਆ 'ਚ, ਉਹਦੇ ਤੋਂ ਉਹਦੀ ਕੁਟੀਆ ਤੋਂ ਕੁਝ ਕੁ ਦੂਰੀ ਦੇ ਉੱਤੇ ਇੱਕ ਨਗਰ ਸੀ। ਦੇਤ ਨਾਰ ਨਰ ਅਚਵੈ ਤੈਸਾ। ਉਹ ਜਿਹੜੇ ਨਗਰ ਦੇ ਲੋਕ ਸਨ ਉਹ ਜਿਸ ਤਰ੍ਹਾਂ ਦਾ ਭੋਜਨ ਦੇ ਜਾਂਦੇ ਸੀ ਤਪਸਵੀ ਨੂੰ, ਕੁਟੀਆ 'ਚ ਬੈਠੇ ਨੂੰ, ਇਹ ਤਪ ਕਰਦਾ ਰਹਿੰਦਾ ਸੀ, ਉਹ ਪਿੰਡ ਵਾਲਿਆਂ ਨੇ ਭੋਜਨ ਦੇ ਜਾਣਾ, ਜਿਸ ਤਰ੍ਹਾਂ ਦਾ ਵੀ ਹੋਣਾ, ਰੁੱਖਾ ਮਿੱਸਾ ਜਿਸ ਤਰ੍ਹਾਂ ਦਾ ਵੀ ਹੋਣਾ, ਇਹਨੇ ਸਬਰ ਤੇ ਸੰਤੋਖ ਨਾਲ ਛਕ ਲੈਣਾ ਤੇ ਰੱਬ ਦੀ ਬੰਦਗੀ ਕਰਨੀ। ਇਦਾਂ ਦਾ ਤਪਸਵੀ ਸੀ ਕਿ ਰੁੱਖੀ ਸੁੱਖੀ ਜਿਹੋ ਜੀ ਮਿਲਦੀ ਸੀ ਨਗਰ ਨਿਵਾਸੀ ਦੇ ਜਾਂਦੇ ਸਨ, ਉਹ ਇਹ ਛਕ ਲੈਂਦਾ ਸੀ। ਅਲਪ ਬੋਤ ਕੈ ਸਵਾਦ ਕੁਸਵਾਦ। ਜੇ ਕੋਈ ਇੱਕ ਪ੍ਰਸ਼ਾਦਾ ਦੇ ਜਾਂਦਾ ਥੋੜਾ ਤਾਂ ਉਹਨਾਂ ਛਕ ਲੈਂਦਾ, ਜੇ ਕੋਈ 5 ਦੇ ਜਾਂਦਾ ਤੇ 5 ਛਕ ਲੈਂਦਾ, ਜੇ ਕੋਈ ਸਵਾਦੀ ਦੇ ਜਾਂਦਾ ਤਾਂ ਸਵਾਦ ਛਕ ਲੈਂਦਾ, ਜੇ ਕੋਈ ਬੇਸਵਾਦਾ ਦੇ ਜਾਂਦਾ, ਕੋਈ ਲੂਣ ਘੱਟ ਪਿਆ ਜਾਂ ਮਿਰਚਾਂ ਜ਼ਿਆਦਾ ਪੈ ਗਈਆਂ, ਇਦਾਂ ਦਾ ਕੋਈ ਬੇਸਵਾਦਾ ਵੀ ਦੇ ਜਾਂਦਾ। ਕਈ ਵਾਰੀ ਕੋਈ ਬਾਸੀ ਰੋਟੀਆਂ ਵੀ ਚਲੋ ਸਾਡੇ ਘਰ 'ਚ ਕਿਸੇ ਨੇ ਨਹੀਂ ਖਾਣੀਆਂ ਤਾਂ ਸਾਧ ਨੂੰ ਹੀ ਦੇ ਦਈਏ, ਇਦਾਂ ਦੇ ਵੀ ਲੋਕ ਹੁੰਦੇ ਨੇ। ਉਹ ਕਹਿੰਦੇ ਚਲੋ ਅਸੀਂ ਨਹੀਂ ਖਾਣੀਆਂ ਤੇ ਬਾਸੀ ਰੋਟੀਆਂ ਜਿਹੜੀਆਂ ਨੇ ਕੋਈ ਸਾਧ ਖਾ ਲੇਗਾ, ਉਹਨਾਂ ਨੂੰ ਕੀ ਹੈ। ਇਦਾਂ ਦਾ ਬੇਸਵਾਦਾ ਭੋਜਨ ਵੀ ਦੇ ਜਾਣਾ। ਜਿਹੋ ਜਿਹਾ ਵੀ ਮਿਲਣਾ ਉਹ ਤਪਸਵੀ ਨੇ ਉਹੋ ਜਿਹਾ ਭੋਜਨ ਛਕ ਲੈਣਾ। ਚੂਨ ਸਾਗ ਦੁੱਧ ਕੈ ਦਦ ਆਦ। ਭਾਵੇਂ ਕੋਈ ਆਟੇ ਦੀਆਂ ਰੋਟੀਆਂ ਦੇ ਜਾਂਦਾ, ਕਣਕ ਦੀਆਂ, ਭਾਵੇਂ ਕੋਈ ਬਾਜਰੇ ਦੀਆਂ, ਭਾਵੇਂ ਕੋਈ ਸਾਗ ਦੇ ਜਾਂਦਾ, ਉਹ ਵੀ ਅੱਧ ਰਿੱਧਾ ਉਦਾਂ ਦਾ ਹੀ ਛਕ ਲੈਂਦਾ। ਦੁੱਧ ਦੇ ਜਾਂਦਾ ਤਾਂ ਦੁੱਧ ਛਕ ਲੈਂਦਾ, ਕੋਈ ਦਹੀਂ ਦੇ ਜਾਂਦਾ ਤਾਂ ਦਹੀਂ ਛਕ ਲੈਂਦਾ ਹੈ। ਦਇਓ ਦਈ ਕੋ ਲੱਖ ਸੋ ਖਾਏ। ਜਿਸ ਤਰ੍ਹਾਂ ਦਾ ਵੀ ਕੋਈ ਇਹ ਸਮਝਦਾ ਕਿ ਦਇਓ ਕਹਿੰਦੇ ਨੇ ਪਰਮੇਸ਼ਰ ਨੂੰ, ਕਿ ਪਰਮੇਸ਼ਰ ਨੇ, ਈਸ਼ਵਰ ਨੇ ਮੈਨੂੰ ਦਿੱਤਾ ਤੇ ਈਸ਼ਵਰ ਦਾ ਦਿੱਤਾ ਸਮਝ ਕੇ ਛਕ ਲੈਂਦਾ ਸੀ। ਉਹ ਇਹ ਨਹੀਂ ਸੀ ਸਮਝਦਾ ਕਿ ਬੰਦੇ ਦੇ ਕੇ ਗਏ ਨੇ, ਇਹ ਸਮਝਦਾ ਸੀ ਕਿ ਈਸ਼ਵਰ ਨੇ ਦਿੱਤਾ, ਪਰਮੇਸ਼ਵਰ ਨੇ ਦਿੱਤਾ, ਤੇ ਜਿਸ ਤਰ੍ਹਾਂ ਦਾ ਪਰਮੇਸ਼ਰ ਨੇ ਦਿੱਤਾ ਉਸ ਤਰ੍ਹਾਂ ਦਾ ਛਕ ਲੈਂਦਾ ਹੈ। ਪ੍ਰਾਨ ਆਪਾਨ ਸੁਜੋਗ ਕਮਾਏ।
ਔਰ ਆਪਣੀ ਪ੍ਰਾਣਾਂ ਦੀ ਸਾਧਨਾ ਕਰਦੇ ਆ। ਪ੍ਰਾਣ ਅਪਾਨ ਜਿਹੜੇ 5 ਪ੍ਰਾਣ ਨੇ ਸਾਡੇ ਸਰੀਰ ਵਿੱਚ, ਉਹਨਾਂ ਦੇ ਨਾਲ ਉਹ ਯੋਗ ਦੀ ਕਮਾਈ ਕਰਦਾ ਹੈ। ਦਵਾਦਸ਼ ਭੇਦ ਅਨਾਹਦ ਸੁਨ ਕੈ। ਖਾਲਸਾ ਜੀ, ਸਾਡੇ ਸਰੀਰ ਦੇ ਵਿੱਚ 6 ਚੱਕਰ ਨੇ। 6 ਚੱਕਰਾਂ ਵਿੱਚ ਇੱਕ ਚੱਕਰ ਦਾ ਨਾਮ ਹੈ ਅਨਾਹਦ ਚੱਕਰ। ਜਿੱਥੇ ਸਾਡਾ ਹਿਰਦਾ ਹੈ ਨਾ, ਹਿਰਦੇ ਦੇ ਕੋਲੇ ਦਾ ਨਿਵਾਸ ਹੈ, ਇਹਨੂੰ ਅਨਾਹਦ ਚੱਕਰ ਕਹਿੰਦੇ ਨੇ। ਇਹਦੀਆਂ 12 ਪੰਖੜੀਆਂ ਨੇ, 12 ਪੰਖੜੀਆਂ ਨੇ ਇਹਦੀਆਂ। ਉਸ ਅਨਾਹਦ ਚੱਕਰ ਦੇ ਵਿੱਚ ਉਹ ਆਪਣੀ ਸੁਰਤ ਲਾਉਂਦਾ ਤੇ ਉੱਥੇ ਜਿਹੜਾ ਅਨਾਹਦ ਨਾਦ ਸੁਣਦਾ ਹੈ, ਉਹਨੂੰ ਸੁਣ ਕੇ ਮਸਤ ਰਹਿੰਦਾ ਉਹ ਤਪਸਵੀ। ਉਹ ਜਿਹੜਾ ਅਨਾਹਦ ਨਾਦ ਹੈ, ਉਸ ਅਨਾਹਦ ਨਾਦ ਨੂੰ ਸੁਣ ਕੇ ਉਸ ਰਸ ਦੇ ਵਿੱਚ ਉਹ ਮਸਤ ਰਹਿੰਦਾ ਹੈ। ਸਮਝ ਸਕਲ ਇੱਕ ਚਿਤ ਭਾਗੁਨ ਕੈ। ਔਰ ਸਾਰੇ ਚੱਕਰਾਂ ਨੂੰ ਸਮਝ ਕੇ ਇੱਕ ਮਨ ਇੱਕ ਚਿਤ ਹੋ ਕੇ ਪੂਰਨ ਤੌਰ ਤੇ ਇਕਾਗਰਤਾ ਦਾ ਰਸ ਮਾਣਦਾ ਹੈ। ਸਪਤ ਦਿਵਸ ਬੀਤੇ ਇੱਕ ਵਾਰ। ਇੱਕ ਵਾਰ ਇਹੋ ਜਿਹਾ ਵੀ ਸਮਾਂ ਆ ਗਿਆ ਕਿ ਸਾਧਨਾ ਵਿੱਚ ਬੈਠਾ ਹੈ ਤਪਸਵੀ, ਤੇ ਬੈਠੇ ਬੈਠੇ ਨੂੰ 7 ਦਿਨ ਬੀਤ ਗਏ। ਤਪ ਰੋਜ਼ ਕਰਦਾ ਸੀ, ਤਪੱਸਿਆ ਕਰਦਾ ਹੈ, ਤੋ ਤਪ ਕਰਦਿਆਂ ਕਰਦਿਆਂ 7 ਦਿਨ ਬਤੀਤ ਹੋ ਗਏ। ਕਿਤ ਤੇ ਪਹੁੰਚੇ ਨਹੀਂ ਆਹਾਰ। ਪਰਮੇਸ਼ਰ ਵੱਲੋਂ ਹੀ ਪਿੰਡ ਵਾਲਿਆਂ ਨੂੰ ਖਿਆਲ ਹੀ ਭੁੱਲ ਗਿਆ, ਇਹਨੂੰ ਕੋਈ ਰੋਟੀ ਦੇਣ ਹੀ ਨਹੀਂ ਆਇਆ ਤਪਸਵੀ। 7 ਦਿਨ ਬੀਤ ਗਏ, 7 ਦਿਨਾਂ 'ਚ ਕੋਈ ਰੋਟੀ ਦੇਣ ਨਹੀਂ ਆਇਆ, ਕਿਸੇ ਨੇ ਆ ਕੇ ਪ੍ਰਸ਼ਾਦਾ ਨਹੀਂ ਦਿੱਤਾ। ਸੁਣੋ ਨੀਂਗਰਾ ਤਪੀ ਵਿਚਾਰਾ। ਆਨੰਦ ਸਿੰਘ ਜਦੋਂ 7 ਦਿਨ ਬੀਤ ਗਏ, ਉਹ ਤਪਸਵੀ ਨੂੰ ਕੋਈ ਰੋਟੀ ਦੇਣ ਨਹੀਂ ਆਇਆ। ਤਪਸਵੀ ਨੇ ਫਿਰ ਆਪਣੇ ਮਨ 'ਚ ਵਿਚਾਰ ਕੀਤੀ, ਉਹਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ। ਮੁਝ ਪਰ ਕੋਪ ਭਇਓ ਕਰਤਾਰਾ। ਉਹਨੇ ਪ੍ਰਮਾਤਮਾ ਦਾ ਉਲਾਂਭਾ ਨਹੀਂ ਦਿੱਤਾ, ਰੱਬ ਦੇ ਵਿੱਚ ਕਸੂਰ ਨਹੀਂ ਕੱਢਿਆ। ਉਹ ਤਪਸਵੀ ਨੇ ਆਪਣੇ ਮਨ 'ਚ ਵਿਚਾਰ ਕੀਤੀ ਕਿ ਪਰਮੇਸ਼ਰ ਮੇਰੇ ਨਾਲੋਂ ਨਾਰਾਜ਼ ਹੋ ਗਿਆ, ਕਿਉਂਕਿ ਮੇਰੇ 'ਚ ਕਮੀ ਹੈ। ਮੇਰੇ ਵਿੱਚ ਕਮੀ, ਰੱਬ 'ਚ ਕਮੀ ਨਹੀਂ ਕੱਢੀ ਉਹਨੇ। ਕਹਿੰਦਾ ਮੇਰੇ ਵਿੱਚ ਕਮੀ ਹੈ, ਤੇ ਪਰਮੇਸ਼ਰ ਜਿਹੜਾ ਹੈ, ਕਰਤਾਰ ਜੋ ਹੈ, ਉਹ ਮੇਰੇ ਨਾਲੋਂ ਰੁੱਸ ਗਿਆ, ਉਹ ਮੇਰੇ ਤੇ ਗੁੱਸੇ ਹੋ ਗਿਆ ਹੈ। ਕਰ ਪਗ ਦੀਏ ਨਾ ਉਦਮ ਧਰੇ। ਉਹ ਕਿਉਂ ਗੁੱਸੇ ਹੋਇਆ? ਪਰਮੇਸ਼ਰ ਮੇਰੇ ਨਾਲੋਂ ਕਿਉਂ ਗੁੱਸੇ ਹੋਇਆ? ਉਹ ਇਸ ਕਰਕੇ ਗੁੱਸੇ ਹੋਇਆ ਵੀ ਮੈਂ ਇਹਨੂੰ ਹੱਥ ਪੈਰ ਦਿੱਤੇ ਨੇ ਤੇ ਇਹ ਉਦਮ ਨਹੀਂ ਕਰਦਾ। ਵੀ ਇਹਨੂੰ ਹੱਥ ਪੈਰ ਦਿੱਤੇ ਨੇ ਕੰਮ ਕਰਨ ਨੂੰ, ਉਦਮ ਕਰਨ ਨੂੰ, ਤੇ ਉਦਮ ਨਹੀਂ ਕਰਦਾ। ਇਹਨੂੰ ਹੱਥ ਪੈਰ ਦਿੱਤੇ ਹੋਏ ਨੇ। ਉਦਰ ਭਰਨ ਲੱਗ ਚਾਹੀਏ ਕਰੇ। ਘਟੋ ਘਟ ਆਪਣਾ ਢਿੱਡ ਭਰਨ ਵਾਸਤੇ ਤਾਂ ਉਦਮ ਕਰਨਾ ਚਾਹੀਦਾ। ਹੱਥ ਪੈਰ ਦਿੱਤੇ ਨੇ, ਇਹਨੂੰ ਘਟੋ ਘਟ ਇੰਨਾ ਕਾ ਉਦਮ ਤਾਂ ਕਰੇ ਨਾ ਕਿ ਆਪਣਾ ਪੇਟ ਭਰ ਲਵੇ ਉਦਮ ਕਰਕੇ, ਹਿੰਮਤ ਕਰਕੇ। ਕਹਿੰਦੇ ਇਸੇ ਕਰਕੇ ਲੱਗਦਾ ਪ੍ਰਮਾਤਮਾ ਮੇਰੇ ਨਾਲ ਰੁੱਸ ਗਿਆ ਹੈ। ਔਰ ਮੈਂ ਫਿਰ ਪਿੱਛ ਕਰੀਏ ਕੋਏ। ਸੋਚਿਆ ਕਿ ਹੁਣ ਮੈਨੂੰ ਨਗਰ ਵਿੱਚ ਜਾ ਕੇ ਪਿੱਛਿਆ ਮੰਗਣੀ ਚਾਹੀਦੀ ਹੈ। ਵੀ ਜੇ ਨਗਰ ਵਾਲੇ ਨਹੀਂ ਆਏ ਤੇ ਇਹਦਾ ਮਤਲਬ ਪ੍ਰਮਾਤਮਾ ਮੈਨੂੰ ਸੇਧ ਦੇ ਰਿਹਾ ਕਿ ਤੇਰੇ ਹੱਥ ਪੈਰ ਨੇ, ਤੂੰ ਆਪ ਕਿਉਂ ਨਹੀਂ ਜਾ ਕੇ ਮੰਗ ਕੇ ਖਾ ਲੈਂਦਾ। ਤੂੰ ਤਪਸਵੀ ਨੇ ਆਪਣੇ ਮਨ 'ਚ ਹੀ ਵਿਚਾਰ ਕਰ ਰਿਹਾ, ਕਿਉਂਕਿ ਤਪਸਵੀ ਦਾ, ਸਾਧਕ ਦੀ ਤਾਂ ਆਪਣੇ ਮਨ ਨਾਲ ਹੀ ਗੱਲ ਹੁੰਦੀ ਹੈ। ਉਹ ਆਪਣੇ ਮਨ ਨਾਲ ਹੀ ਝਗੜਾ ਕਰਦਾ ਹੈ, ਮਨ ਨਾਲ ਹੀ ਸਾਂਝ ਕਰਦਾ ਹੈ, ਮਨ ਨਾਲ ਹੀ ਮਿੱਤਰਤਾ ਕਰਦਾ ਹੈ, ਸਾਰੀਆਂ ਗੱਲਾਂ ਮਨ ਨਾਲ ਹੀ ਕਰਦਾ। ਤੇ ਉਸ ਵਕਤ ਉਹ ਆਪਣੇ ਮਨ 'ਚ ਹੀ ਸੋਚ ਰਿਹਾ ਕਿ ਮੈਂ ਨਗਰ ਵਿੱਚ ਜਾ ਕੇ ਪਿੱਛਾ ਮੰਗਾ। ਸੁਰ ਪੀ ਬੈਠ ਦੇਤ ਦੁਖ ਹੋਏ। ਬੰਦਾ ਬੈਠਾ ਹੀ ਰਹੇ ਤੇ ਦੇਵਤੇ ਵੀ ਬੈਠਾ ਦੇਖ ਕੇ ਦੁੱਖ ਦਿੰਦੇ ਹਨ। ਖਿੰਤਾ ਛਰੀ ਕੁਸ਼ਾਸਨ ਮਾਲਾ। ਇਹਨੇ ਕੀ ਕੀਤਾ? ਤਪਸਵੀ ਨੇ ਆਪਣੇ ਗਲ 'ਚ ਝੋਲੀ ਪਾਈ ਤੇ ਹੱਥ ਵਿੱਚ ਛੜੀ ਫੜੀ। ਜਿਵੇਂ ਇੱਕ ਤਪਸਵੀ ਦਾ ਸਰੂਪ ਹੁੰਦਾ, ਗੋਦੜੀ ਗਲ 'ਚ ਪਾ ਲਈ। ਜਿਵੇਂ ਭਿੱਖਿਆ ਮੰਗਣ ਵਾਲਿਆਂ ਦਾ, ਸਾਧੂਆਂ ਦਾ ਭੇਸ ਹੁੰਦਾ, ਉਹ ਜ਼ਰੂਰੀ ਹੁੰਦਾ ਇਹਨੂੰ ਬਣਾਉਣਾ। ਤੋ ਤਪਸਵੀ ਨੇ ਉਹ ਭੇਸ ਬਣਾਇਆ, ਗਲ ਵਿੱਚ ਝੋਲੀ ਪਾ ਲਈ, ਹੱਥ 'ਚ ਛੜੀ ਪਕੜ ਲਈ। ਤਰੇ ਹੱਥ ਤੂੰਬਾ ਤਬ ਚਾਲਾ। ਇੱਕ ਹੱਥ ਦੇ ਵਿੱਚ ਤੂੰਬਾ, ਉਹ ਹੱਥ ਵਿੱਚ ਲੈ ਕੇ ਚੱਲ ਪਿਆ। ਗ੍ਰਸਤੀ ਕੇ ਬਾਣੇ ਬਿਨ ਜਾਣਾ। ਕਿਉਂਕਿ ਤਪਸਵੀ ਜਾਣਦਾ ਸੀ ਕਿ ਕਿਸੇ ਗ੍ਰਸਤੀ ਦੇ ਘਰ ਜਾਣਾ ਤੇ ਬਾਣੇ ਤੋਂ ਬਿਨਾਂ ਇੱਕ ਸਾਧੂ ਕਿਸੇ ਗ੍ਰਸਤੀ ਦੇ ਘਰ ਜਾਵੇ ਚੰਗੀ ਗੱਲ ਨਹੀਂ ਹੈ।
ਉਹਦਾ ਕਾਰਨ ਵੀ ਦੱਸ ਰਹੇ ਨੇ ਕਿ ਜੇ ਕਿਸੇ ਸਾਧੂ ਕੋਲ ਬਾਣਾ ਹੈ, ਉਹ ਬਾਣੇ ਤੋਂ ਬਿਨਾਂ ਅਗਰ ਕਿਸੇ ਗ੍ਰਸਤੀ ਦੇ ਘਰ ਜਾਂਦਾ ਹੈ, ਨੈ ਸ਼ੁਭ ਜਿਸ ਤੇ ਜਾਏ ਨਾ ਜਾਣਾ, ਤੇ ਉਹ ਸ਼ੁਭ ਨਹੀਂ ਜਾਣਿਆ ਜਾਂਦਾ। ਜੇ ਗ੍ਰਸਤੀ ਦੇ ਘਰ ਕੋਈ ਸਾਧੂ ਬਿਨਾਂ ਬਾਣੇ ਤੋਂ ਜਾਂਦਾ ਹੈ, ਸੰਸਾਰੀ ਕੱਪੜੇ ਪਾ ਕੇ, ਤਾਂ ਫਿਰ ਉਹ ਸ਼ੁਭ ਨਹੀਂ ਜਾਣਿਆ ਜਾਂਦਾ। ਉਹਦਾ ਕਾਰਨ ਹੈ ਗ੍ਰਸਤੀ ਕਰੇ ਨਿਰਾਦਰ ਦੋਖ, ਗ੍ਰਸਤੀ ਆ ਉਹ ਨਿਰਾਦਰ ਕਰ ਦਿੰਦਾ। ਅੱਗੋਂ ਉਹ ਕਹਿ ਦਿੰਦਾ ਵੀ ਤੂੰ ਕਿਉਂ ਮੰਗ ਕੇ ਖਾਣਾ, ਤੂੰ ਕਿਹੜਾ ਸਾਧ ਹੈ। ਜੇ ਉਹਦੇ ਸਰੀਰ ਤੇ ਸਾਧੂਆਂ ਵਾਲੇ ਕੱਪੜੇ ਹੋਣਗੇ, ਚਿੱਪੀ ਹੱਥ 'ਚ ਹੋਵੇਗੀ, ਗੋਦੜੀ ਹੋਵੇਗੀ, ਤਾਂ ਵੇਖ ਕੇ ਗ੍ਰਸਤੀ ਵੀ ਪਛਾਣ ਲੇਗਾ ਵੀ ਹਾਂ ਕੋਈ ਸਾਧੂ ਹੈ। ਫਿਰ ਉਹ ਨਿਰਾਦਰ ਨਹੀਂ ਕਰਦਾ। ਜੇ ਬਾਣਾ ਹੀ ਨਾ ਪਾਇਆ ਹੋਵੇਗਾ ਤੇ ਫਿਰ ਮੰਗਣ ਜਾਏਗਾ ਤੇ ਫਿਰ ਉਹ ਗ੍ਰਸਤੀ ਉਹਦਾ ਨਿਰਾਦਰ ਕਰੇਗਾ। ਉਹਦਾ ਜਦੋਂ ਨਿਰਾਦਰ ਕਰੇਗਾ, ਲਗੇ ਸਾਧ ਕੋ ਪਾਪੈ ਪੋਖ, ਇਹਦਾ ਜਿਹੜਾ ਪਾਪ ਹੈ ਉਹ ਸਾਧ ਨੂੰ ਲੱਗੇਗਾ, ਗ੍ਰਸਤੀ ਨੂੰ ਨਹੀਂ ਲੱਗੇਗਾ। ਇਹਦਾ ਪਾਪ ਸਾਧ ਨੂੰ ਲੱਗੇਗਾ ਵੀ ਉਹ ਬਾਣੇ ਤੋਂ ਬਿਨਾਂ ਗ੍ਰਸਤੀ ਦੇ ਘਰ ਆਇਆ ਤੇ ਗ੍ਰਸਤੀ ਨੇ ਉਹਦਾ ਨਿਰਾਦਰ ਕੀਤਾ। ਤਾਂ ਕਿਉਂਕਿ ਗ੍ਰਸਤੀ ਨੂੰ ਤਾਂ ਇਹ ਨਹੀਂ ਨਾ ਪਤਾ, ਮੱਥੇ ਤੇ ਥੋੜੀ ਲਿਖਿਆ ਹੁੰਦਾ ਵੀ ਇਹ ਸਾਧ ਹੈ, ਤਾਂ ਬਾਹਰ ਦਾ ਭੇਸ ਵੇਖ ਕੇ ਗ੍ਰਸਤੀ ਨੂੰ ਪਤਾ ਲੱਗਣਾ ਸੀ ਇਹ ਸਾਧ ਹੈ। ਤੇ ਜਦੋਂ ਭੇਖ ਹੀ ਨਾ ਹੋਵੇਗਾ ਤੇ ਉਹ ਨਿਰਾਦਰ ਕਰੇਗਾ। ਉਹਦੇ ਵੱਲੋਂ ਕੀਤਾ ਹੋਇਆ ਜਿਹੜਾ ਨਿਰਾਦਰ ਹੈ, ਉਹ ਜਿਹੜਾ ਪਾਪ ਹੈ, ਉਹ ਗ੍ਰਸਤੀ ਨੂੰ ਨਹੀਂ ਲੱਗਣਾ, ਉਸ ਸਾਧ ਨੂੰ ਲੱਗਦਾ ਜਿਹੜਾ ਉੱਥੇ ਬਿਨਾਂ ਬਾਣੇ ਤੋਂ ਮੰਗਣ ਜਾਂਦਾ ਹੈ। ਪਿਛਿਆ ਕੋ ਦੋਏ ਸਮੇਂ ਨ ਜਾਣਾ, ਦੋ ਸਮੇਂ ਜਿਹੜਾ ਹੈ ਉਹ ਭਿਖਿਆ ਦੇ ਵਿੱਚ ਪਿਛਿਆ ਵਾਸਤੇ ਨਹੀਂ ਜਾਣਾ ਚਾਹੀਦਾ। ਤਾਰੇ ਪੇਖ ਨੇ ਬਦਲੇ ਆਨਾ, ਕਿ ਜੋ ਭੇਖ ਧਾਰੇ ਤਾਂ ਹੋਰ ਭੇਖ ਨਾ ਬਦਲੇ। ਇਹ ਦੋ ਗੱਲਾਂ ਜ਼ਰੂਰ, ਕਿ ਜਿਹੜਾ ਭੇਖ ਧਾਰਿਆ ਉਹੀ ਰੱਖੇ, ਫਿਰ ਉਸ ਭੇਖ ਨੂੰ ਬਦਲੇ ਨਾ। ਜੋ ਭੇਖ ਪਹਿਲਾਂ ਧਾਰਿਆ ਹੋਇਆ ਉਹੀ ਗ੍ਰਸਤੀ ਦੇ ਘਰ ਜਦੋਂ ਮੰਗਣ ਜਾਏ ਉਹੀ ਭੇਖ ਹੋਣਾ ਚਾਹੀਦਾ ਹੈ। ਜੈਸੀ ਜੈਸੀ ਜੋ ਕਿਮ ਦੇ, ਫਿਰ ਭਿਖਿਆ ਵੇਲੇ ਇਹ ਨਾ ਵੇਖੇ ਇੱਕ ਤਪਸਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਗੁਰੂ ਕਲਗੀਧਰ ਜੀ ਦੱਸ ਰਹੇ ਨੇ ਕਿ ਜਦੋਂ ਪਿੱਛਿਆ ਮੰਗੇ ਤੇ ਜਿਹੋ ਜੀ ਵੀ ਕੋਈ ਪਿੱਛਿਆ ਦੇ ਦੇਵੇ, ਕੁਝ ਵੀ ਪਾ ਦੇਵੇ ਪਿੱਛਿਆ ਵਿੱਚ, ਕੁਝ ਵੀ ਝੋਲੀ ਵਿੱਚ ਪਾ ਦੇਵੇ, ਜਥਾ ਸ਼ਕਤ ਦੁੱਧ ਪਿਛਿਆ ਲੈ, ਦੁੱਧ ਦੇ ਦੇਵੇ, ਦੁੱਧ ਲੈ ਲਵੇ, ਕੋਈ ਪ੍ਰਸ਼ਾਦਾ ਦੇ ਦੇਵੇ, ਪ੍ਰਸ਼ਾਦਾ ਲੈ ਦੇਵੇ, ਕੱਚਾ ਆਟਾ ਦੇ ਦੇਵੇ, ਉਹ ਲੈ ਲਵੇ, ਜਿਸ ਤਰ੍ਹਾਂ ਦੀ ਵੀ ਕੋਈ ਪਿੱਛਿਆ ਪਾ ਦੇਵੇ ਉਹ ਉਸੇ ਤਰ੍ਹਾਂ ਦੀ ਲੈ ਲਵੇ। ਚਿਰ ਨੈ ਠਹਿਰੇ ਪਰਾ ਨਾ ਲੇਵੇ, ਫਿਰ ਬਹੁਤਾ ਸਮਾਂ ਨਾ ਖਲੋਤਾ ਰਹੇ ਵੀ ਇੱਕ ਪ੍ਰਸ਼ਾਦਾ ਉਹ ਪਕਾ ਕੇ ਦੇ ਦੇਣ ਘਰ ਵਾਲੇ ਤੇ ਖਾ ਕੇ ਆਖੇ ਜੀ ਇੰਨੇ ਨੂੰ ਹੋਰ ਪਕਾ ਕੇ ਲੈ ਆਓ। ਦੂਜੇ ਪ੍ਰਸ਼ਾਦੇ ਦੀ ਉਡੀਕ ਨਾ ਕਰੇ ਖਲੋ ਕੇ ਕਿ ਦੂਜਾ ਪ੍ਰਸ਼ਾਦਾ ਪੱਕੇਗਾ ਫਿਰ ਮੇਰੇ ਕੋਲ ਆਏਗਾ ਤੇ ਮੈਂ ਖਾ ਕੇ ਜਾਵਾਂਗਾ। ਇਹ ਤਪਸਵੀ ਪਿੱਛਿਆ ਲੈਣ ਵਾਲੇ ਦੀ ਵੀ ਕੋਈ ਇੱਕ ਰੀਤੀ ਮਹਾਂਪੁਰਖਾਂ ਨੇ ਬਣਾਈ ਹੋਈ ਹੈ ਪੁਰਾਤਨ ਸਮਿਆਂ ਦੇ ਵਿੱਚ, ਰਿਸ਼ੀਆਂ ਮੁਨੀਆਂ ਨੇ, ਕਿ ਉਹ ਦੂਸਰਾ ਪਿਆ ਪ੍ਰਸ਼ਾਦਾ ਨਾ ਉਡੀਕੀ ਜਾਵੇ ਤਵੇ ਦੇ ਉੱਤੇ ਪਿਆ ਹੋਇਆ ਕਿ ਦੂਸਰਾ ਆਏਗਾ ਤੇ ਫਿਰ ਖਾ ਕੇ ਜਾਵਾਂਗਾ। ਇੱਕ ਜੋ ਮਿਲ ਗਿਆ ਪਹਿਲਾਂ ਉਹ ਲੈ ਕੇ ਉੱਥੋਂ ਨਾਲੋਂ ਨਾਲ ਤੁਰਦਾ ਬਣੇ, ਬਹੁਤਾ ਸਮਾਂ ਦਰਵਾਜ਼ੇ ਤੇ ਨਾ ਖਲੋਤਾ ਰਹੇ। ਤੇਰੀ ਆ ਸਿਸ ਕਰ ਛੋਵਨ ਨਾ ਕਰ ਦੇਵੇ, ਫਿਰ ਉਸ ਘਰ ਦੇ ਵਿੱਚ ਕੋਈ ਔਰਤ ਦਾਨ ਕਰ ਰਹੀ ਆ ਤੇ ਉਹਦੇ ਹੱਥ ਦਾ ਸਪਰਸ਼ ਤੇ ਬੱਚੇ ਦੇ ਹੱਥ ਦਾ ਸਪਰਸ਼ ਆਪਣੇ ਸਰੀਰ ਨੂੰ ਨਾ ਹੋਣ ਦੇਵੇ, ਬਸ ਝੋਲੀ ਕਰ ਦੇਵੇ, ਉਹਦੇ ਚ ਪਾ ਲਵੇ। ਉਹਦੇ ਹੱਥਾਂ ਦਾ ਸਪਰਸ਼ ਔਰਤ ਦੇ ਔਰ ਬੱਚੇ ਦੇ ਵੀ ਸਰੀਰ ਦਾ ਜਿਹੜਾ ਸਪਰਸ਼ ਹੈ ਉਹ ਆਪਣੇ ਸਰੀਰ ਤੇ ਨਾ ਹੋਣ ਦੇਵੇ। ਜਿਸ ਕਿਸ ਕੀਲੇ ਕਰ ਨੈ ਖਾਏ, ਜਿਸ ਕਿਸੇ ਦਾ ਹਰ ਜਣੇ ਖਣੇ ਦੇ ਘਰ ਦਾ ਨਾ ਖਾਣ ਲੱਗ ਪਏ। ਐਸਾ ਨਾ ਹੋਵੇ ਕਿ ਜਿਹੜੇ ਵਿਭਚਾਰੀ ਨੇ, ਵੇਸ਼ਵਾਵਾਂ ਨੇ, ਜਾਂ ਮਾੜੇ ਕਰਮ ਕਰਨ ਵਾਲੇ ਨੇ, ਚੋਰ ਨੇ, ਕਾਤਲ ਨੇ, ਡਾਕੂ ਨੇ, ਉਹਨਾਂ ਦੇ ਘਰ ਦਾ ਨਾ ਖਾਣ ਲੱਗ ਪਏ। ਏਦਾਂ ਇਹ ਵੀ ਪਿੱਛਿਆ ਲੈਣ ਵਾਲੇ ਦਾ ਵੀ ਨਿਯਮ ਹੈ ਕਿ ਜਣੇ ਖਣੇ ਦੇ ਘਰ ਦਾ ਨਾ ਖਾਣ ਲੱਗ ਪਵੇ। ਸਿੱਖ ਸਾਧ ਕੋ ਨੈ ਬਨ ਆਏ, ਕਿਸੇ ਸਾਧੂ ਨੂੰ ਐਸਾ ਨਹੀਂ ਬਣਾਉਂਦਾ। ਭੋਜਨ ਪੱਕ ਖਾਏ ਸਭ ਕੇਰਾ, ਕਿ ਜਿਸ ਕਿਸੇ ਦਾ ਵੀ ਪੱਕਿਆ ਹੋਇਆ ਭੋਜਨ ਹਰ ਇੱਕ ਦਾ ਹੀ ਖਾ ਲਵੇ, ਕਹਿੰਦੇ ਸਿੱਖ ਵਾਸਤੇ ਵੀ ਉਚਿਤ ਨਹੀਂ ਹੈ। ਸਾਧੂ ਵਾਸਤੇ ਤਾਂ ਹੈ ਹੀ ਹੈ, ਕਿਸੇ ਸਿੱਖ ਵਾਸਤੇ ਵੀ ਉਚਿਤ ਨਹੀਂ ਹੈ। ਤਿਸ ਕੋ ਟੋਟਾ ਪਰੇ ਬਡੇਰਾ, ਉਹਨੂੰ ਬੜਾ ਵੱਡਾ ਘਾਟਾ ਪੈਂਦਾ। ਜੇ ਜਿਸੇ ਜਣੇ ਖਣੇ ਦਾ ਹੀ ਕੋਈ ਖਾ ਲੈਂਦਾ ਪ੍ਰਸ਼ਾਦਾ, ਇਹ ਨਹੀਂ ਵੇਖਦਾ ਵੀ ਇਹਨੇ ਰਹਿਤ ਬਹਿਤ ਰੱਖੀ ਹੈ ਕਿ ਨਹੀਂ, ਇਹਨੇ ਸੁਚਮਤਾ ਰੱਖੀ ਹੈ ਜਾਂ ਨਹੀਂ ਰੱਖੀ, ਜਾਂ ਇਹਦਾ ਪ੍ਰਸ਼ਾਦਾ ਕਿਸ ਤਰ੍ਹਾਂ ਦਾ ਹੈ।
ਪਾਪ ਕਰਮ ਕਰਕੇ ਲਿਆਂਦਾ ਹੋਇਆ ਅੰਨ ਹੈ ਜਾਂ ਕੋਈ ਧਰਮ ਦੀ ਕਿਰਤ ਕਰਕੇ ਲਿਆਂਦਾ ਹੋਇਆ ਅੰਨ ਹੈ, ਇਦਾਂ ਦੀ ਵਿਚਾਰ ਨਾ ਕਰੇ। ਦੋਹਰਾ ਜਾਂ ਕੀ ਰਹਿਤ ਨ ਜਾਣੀਐ, ਗੁਰੂ ਮੰਤਰ ਨੇ ਰੀਤ। ਹੁਣ ਕਿਹਦਾ ਭੋਜਨ ਨਹੀਂ ਖਾਣਾ? ਮਹਾਰਾਜ ਜੀ ਕਹਿੰਦੇ ਜਿਹਦੀ ਰਹਿਤ ਨਹੀਂ ਹੈ, ਜਿਹਦੀ ਰਹਿਣੀ ਬਹਿਣੀ ਨਹੀਂ ਹੈ, ਕਿ ਪ੍ਰਸ਼ਾਦਾ ਪਕਾਉਂਦਿਆਂ ਵਿੱਚ ਹੀ ਚਮਚਾ ਲੈ ਕੇ ਲੂਣ ਮਿਰਚ ਲੈ ਕੇ ਵੇਖਣ ਲੱਗ ਪੈਣਾ, ਉਹੀ ਝੂਠਾ ਚਮਚਾ ਫਿਰ ਵਿੱਚ ਪਾ ਦੇਣਾ, ਉਹ ਝੂਠ ਆਪ ਵੀ ਖਾਣੀ, ਟੱਬਰ ਨੂੰ ਵੀ ਖਵਾਣੀ, ਕੋਈ ਹੋਰ ਆ ਗਿਆ ਉਹਨੂੰ ਵੀ ਖਵਾਣੀ, ਰਹਿਤ ਹੀ ਨਾ ਹੋਣੀ। ਮਹਾਰਾਜ ਕਹਿੰਦੇ ਜਿਸ ਦੀ ਰਹਿਤ ਨਹੀਂ ਹੈ ਔਰ ਜਿਹਦੇ ਹਿਰਦੇ ਵਿੱਚ ਗੁਰੂ ਮੰਤਰ ਨਹੀਂ ਵਸਦਾ, ਗੁਰ ਮੰਤਰ ਤੋਂ ਵਿਹੂਣਾ ਹੈ, ਤਾਂ ਕੋ ਭੋਜਨ ਖਾਏ ਕੈ, ਵਿਛਰੇ ਹਰ ਕੀ ਪ੍ਰੀਤ। ਉਹਦੇ ਘਰ ਦਾ ਭੋਜਨ ਖਾ ਕੇ ਹਰੀ ਦੀ ਪ੍ਰੀਤ ਵਿਛੜ ਜਾਂਦੀ, ਇਹ ਘਾਟਾ ਪੈਂਦਾ। ਜੈਸਾ ਅੰਨ ਵੈਸਾ ਮਨ, ਜਿਸ ਤਰ੍ਹਾਂ ਦਾ ਕੋਈ ਅੰਨ ਖਾਂਦਾ ਉਹਦਾ ਮਨ ਉਸੇ ਤਰ੍ਹਾਂ ਦਾ ਹੋ ਜਾਂਦਾ। ਰਾਮਾਨੰਦ ਜੀ ਭਗਤ ਜੀ ਦੇ ਜੀਵਨ ਸੰਬੰਧੀ ਇੱਕ ਵਿਚਾਰ ਆਉਂਦੀ ਕਿ ਆਪਣੇ ਸ਼ਿਸ਼ ਨੂੰ ਭੇਜਿਆ ਮੰਗਣ ਲਈ, ਤੇ ਬਾਰਿਸ਼ ਪਈ ਤੇ ਆਟਾ ਡੁੱਲ ਗਿਆ। ਉੱਥੇ ਹੀ ਰਸਤੇ 'ਚ ਇੱਕ ਸਾਕਤ ਦਾ ਘਰ ਸੀ, ਪਾਪੀ ਆਦਮੀ ਦਾ। ਉਹਨੇ ਆਖਿਆ ਵੀ ਹੁਣ ਵਾਪਸ ਕਿੱਥੇ ਜਾਵਾਂਗਾ ਲੈਣ, ਇੱਥੋਂ ਹੀ ਮੰਗ ਲੈਣਾ। ਉਹ ਆਟਾ ਉਹਦੇ ਘਰ ਦਾ ਲਿਆ ਕੇ ਰੋਟੀਆਂ ਪਕਾ ਕੇ ਰਾਮਾਨੰਦ ਜੀ ਨੂੰ ਖਵਾ ਦਿੱਤੀਆਂ। ਰਾਮਾਨੰਦ ਜੀ ਸਮਾਧੀ 'ਚ ਬੈਠੇ, ਸਮਾਧੀ ਨਾ ਲੱਗੇ, ਸਾਧਨਾ ਹੀ ਨਾ ਹੋਵੇ। ਪੁੱਛਿਆ ਵੀ ਤੂੰ ਆਟਾ ਕਿੱਥੋਂ ਲਿਆਇਆ ਸੀ? ਉਹਨੇ ਦੱਸਿਆ ਵੀ ਉਹਦੇ ਘਰੋਂ। ਫਿਰ ਸਮਝ ਆਈ ਕਿ ਹੁਣ ਜਿਸ ਤਰ੍ਹਾਂ ਦਾ ਅੰਨ ਹੋਇਆ ਉਸੇ ਤਰ੍ਹਾਂ ਦਾ ਮਨ ਹੋ ਗਿਆ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਕਹਿੰਦੇ ਫਿਰ ਗੁਰੂ ਮੰਤਰ ਜਿਹਨੂੰ ਚੇਤਨਾ ਹੋਵੇ, ਰਹਿਤ ਨਾ ਹੋਵੇ, ਉਹਦੇ ਘਰ ਦਾ ਭੋਜਨ ਖਾਓਗੇ ਤੇ ਹਰੀ ਦੀ ਜਿਹੜੀ ਪ੍ਰੀਤ ਹੈ ਉਹ ਵਿਸਰ ਜਾਏਗੀ। ਇਹ ਸਭ ਰੀਤ ਵਿਚਾਰ ਕੇ, ਤਪਸੀ ਗਇਓ ਬਾਜ਼ਾਰ। ਇਹ ਸਾਰੀ ਗੱਲ ਦੀ ਵਿਚਾਰ ਕਰਕੇ ਫਿਰ ਉਹ ਤਪਸਵੀ ਗਿਆ। ਸਾਰੀਆਂ ਗੱਲਾਂ ਵਿਚਾਰੀਆਂ ਉਹਨੇ। ਪਹਿਲਾਂ ਆਪਣੀ ਪੁਸ਼ਾਕ ਪਾਈ, ਜਿਹੜਾ ਉਹਦਾ ਬਾਣਾ ਸੀ, ਚਿੱਪੀ ਲਈ, ਗਲ 'ਚ ਗੋਦੜੀ ਪਾਈ, ਸੋਟੀ ਫੜੀ ਹੱਥ ਵਿੱਚ, ਮਾਲਾ ਫੜੀ। ਫਿਰ ਉਹਨੇ ਇਹ ਵੀ ਸੋਚਿਆ ਵੀ ਕਿਹਦੇ ਘਰੋਂ ਮੰਗਣਾ। ਸਾਰੀ ਵਿਚਾਰ ਕਰਕੇ ਉਹ ਤਪਸਵੀ ਨਗਰ ਦੇ ਵਿੱਚ ਗਿਆ। ਨਗਰ ਵਿੱਚ ਇੱਕ ਸ਼ਾਹ ਘਰ, ਬੜੋ ਜਗ ਕੋ ਸਾਰ। ਉਸੇ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਸੀ, ਬੜਾ ਵੱਡਾ ਸ਼ਾਹੂਕਾਰ ਸੀ, ਔਰ ਉਹਦੇ ਘਰ ਦੇ ਵਿੱਚ ਬੜਾ ਵੱਡਾ ਯੱਗ ਸੀ। ਚੌਪਾਈ ਬੜੀ ਭੀੜ ਪਰ ਰਹੀ ਨਿਕੇਤ। ਉਹਦੇ ਘਰ 'ਚ ਬੜੀ ਭੀੜ ਸੀ, ਬੜਾ ਇਕੱਠ ਸੀ। ਪਕਰ ਬਿਠਾਵੇਂ ਭੋਜਨ ਦੇਤ। ਉਹ ਫੜ ਫੜ ਕੇ ਸਾਰਿਆਂ ਨੂੰ ਬਿਠਾ ਰਿਹਾ ਤੇ ਸਭ ਨੂੰ ਭੋਜਨ ਛਕਾ ਰਿਹਾ ਹੈ। ਤਹਾਂ ਜਾਏ ਤਪਸੀ ਥਿਰ ਰਹਿਓ। ਤਪਸਵੀ ਉੱਥੇ ਜਾ ਕੇ ਖਲੋਤਾ ਰਿਹਾ। ਉਹ ਉੱਥੇ ਜਾ ਕੇ ਦਰਵਾਜ਼ੇ ਦੇ ਉੱਤੇ ਖਲੋ ਗਿਆ। ਕਿਨੇ ਬਿਠਾਏ ਨਹੀਂ ਕੁਛ ਕਹਿਓ। ਤਪਸਵੀ ਨੂੰ ਕਿਸੇ ਨੇ ਵੇਖਿਆ ਹੀ ਨਹੀਂ, ਭੀੜ ਜ਼ਿਆਦਾ ਸੀ, ਉਹਦੇ ਵੱਲ ਖਿਆਲ ਹੀ ਨਹੀਂ ਗਿਆ ਕਿਸੇ ਦਾ। ਨਾ ਉਹਨੂੰ ਕਿਸੇ ਨੇ ਬਿਠਾਇਆ, ਨਾ ਕਿਸੇ ਨੇ ਆਖਿਆ ਕਿ ਤੂੰ ਭੋਜਨ ਛਕ ਲੈ। ਪ੍ਰਣ ਸੰਤੋਖ ਧਰਿਓ ਸੋ ਵਿਚਾਰੇ। ਵੀ ਸੰਤੋਖ ਰੱਖਿਆ ਹੋਇਆ ਸੀ ਮਨ 'ਚ, ਉਹਨੇ ਆਪਣਾ ਪ੍ਰਣ ਪਾਲਿਆ ਵੀ ਮੰਗਣਾ ਨਹੀਂ ਹੈ, ਵੀ ਖਲੋ ਜਾਂਦੇ ਆ, ਜੇ ਦੇ ਦੇਣਗੇ ਠੀਕ ਹੈ, ਨਾ ਦੇਣਗੇ ਤਾਂ ਚਲੇ ਜਾਵਾਂਗੇ। ਏਦਾਂ ਦਾ ਸੰਤੋਖ ਦਾ ਪ੍ਰਣ ਉਹਨੇ ਆਪਣੇ ਮਨ 'ਚ ਪਾਲਿਆ। ਖਰੇ ਹੋ ਰਿਓ ਹੋਏ ਏਕ ਕਿਨਾਰੇ। ਇੱਕ ਪਾਸੇ ਇੱਕ ਕਿਨਾਰੇ ਹੋ ਕੇ ਉਹ ਤਪਸਵੀ ਖਲੋਤਾ ਰਿਹਾ। ਨਿਸ ਜਬ ਪੀ ਸਭ ਲੋਕ ਪਿਆਨੇ। ਹੁਣ ਰਾਤ ਪੈ ਗਈ, ਰਾਤ ਤੱਕ ਯੱਗ ਚੱਲਦਾ ਰਿਹਾ। ਰਾਤ ਪੈ ਗਈ, ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ। ਪਿਖ ਤਪਸੀ ਨਿਜ ਆਏ ਟਿਕਾਨੇ। ਤਪਸਵੀ ਨੇ ਵੀ ਵੇਖਿਆ, ਉਹਨੂੰ ਭੋਜਨ ਕਿਸੇ ਨੇ ਪੁੱਛਿਆ ਹੀ ਨਹੀਂ। ਉਹਨੇ ਵੀ ਜਦੋਂ ਰਾਤ ਪਈ ਤੇ ਤਪਸਵੀ ਵੀ ਆਪਣੇ ਟਿਕਾਣੇ ਤੇ ਜਿੱਥੇ ਉਹਦੀ ਕੁਟੀਆ ਸੀ ਉੱਥੇ ਵਾਪਸ ਆ ਗਿਆ। ਆਦੀ ਰਾਤ ਭਾਈ ਜਿਸ ਕਾਲਾ। ਜਦੋਂ ਅੱਧੀ ਕ ਰਾਤ ਦਾ ਸਮਾਂ ਹੋਇਆ, ਦੋਏ ਦੇਵਨ ਕੇ ਦੂਤ ਕਰਾਲਾ। ਕਹਿੰਦੇ ਦੋ ਦੇਵਤਿਆਂ ਦੇ ਦੂਤ ਆ ਗਏ, ਬੜੇ ਕਰਾਲ ਤੇ ਭਿਆਨਕ ਰੂਪ ਨੇ ਉਹਨਾਂ ਦੇ। ਜਵਲਤ ਮਸਾਲੇ ਹਾਥਨ ਲੀਨ। ਉਹਨਾਂ ਦੇ ਹੱਥਾਂ ਵਿੱਚ ਬਲਦੀਆਂ ਹੋਈਆਂ ਦੋ ਮਸ਼ਾਲਾਂ ਸਨ ਅੱਗ ਦੀਆਂ।
ਤਪਸੀ ਆਨੇ ਹਕਾਰਨ ਕੀਨ। ਉਹਨਾਂ ਨੇ ਆ ਕੇ ਤਪਸਵੀ ਨੂੰ ਆਵਾਜ਼ ਮਾਰੀ, ਤਪਸਵੀ ਨੂੰ ਬੁਲਾਇਆ। ਤੁਮ ਟਿਗ ਦੇਵਨ ਹਮੋ ਪਠਾਏ। ਤਪਸਵੀ ਨੂੰ ਬੁਲਾ ਕੇ ਕਹਿਣ ਲੱਗੇ, ਹੇ ਤਪਸਵੀ, ਤੇਰੇ ਕੋਲ ਸਾਨੂੰ ਦੇਵਤਿਆਂ ਨੇ ਭੇਜਿਆ ਹੈ। ਮਹਾਰਾਜ ਕੀ ਆਗਿਆ ਲਿਆਏ। ਔਰ ਅਸੀਂ ਦੇਵਤਿਆਂ ਦੀ ਆਗਿਆ ਨਾਲ ਤੁਹਾਡੇ ਕੋਲ ਚੱਲ ਕੇ, ਵਿਸ਼ਨੂੰ ਜੀ ਦੀ ਆਗਿਆ ਨਾਲ ਚੱਲ ਕੇ ਆਏ ਹਾਂ। ਉੱਠ ਕਰ ਹਮਰੇ ਸੰਗ ਸਿਧਾਰੋ। ਸਾਡੇ ਨਾਲ ਉੱਠ ਕੇ ਚੱਲੋ। ਔਰ ਮੈਂ ਸ਼ਾ ਤਿਸੀ ਘਰ ਜਾਰੋ। ਜਿਹੜਾ ਨਗਰ ਵਿੱਚ ਸ਼ਾਹੂਕਾਰ ਦਾ ਘਰ ਹੈ, ਜਿੱਥੇ ਆ ਕੇ ਤੁਹਾਨੂੰ ਰੋਟੀ ਨਹੀਂ ਮਿਲੀ, ਸੈਂਕੜੇ ਲੋਕ ਖਾ ਕੇ ਗਏ, ਤੁਹਾਨੂੰ ਨਹੀਂ ਮਿਲੀ ਰੋਟੀ, ਉਹ ਘਰ ਸਾਨੂੰ ਚੱਲ ਕੇ ਦੱਸੋ ਤੇ ਅਸੀਂ ਚੱਲ ਕੇ ਉਸ ਘਰ ਨੂੰ ਅੱਗ ਲਾ ਦਈਏ, ਉਹਨੂੰ ਅੱਗ ਲਾ ਕੇ ਸਾੜ ਦਈਏ। ਜਿਸ ਘਰ ਸੰਤ ਛੁਦਤ ਹੀ ਆਇਓ। ਇਸ ਘਰ ਵਿੱਚੋਂ ਇੱਕ ਸੰਤ ਤਪਸਵੀ ਭੁੱਖਾ ਹੀ ਮੁੜ ਆਇਆ, ਉਸ ਘਰ ਨੂੰ ਤਾਂ ਅੱਗ ਲਾ ਕੇ ਸਾੜ ਦੇਣਾ ਚਾਹੀਦਾ ਹੈ। ਨੈ ਆਦਰ ਕੋ ਬਚ ਪੀ ਗਾਇਓ। ਇੱਥੋਂ ਤੱਕ ਕਿ ਕਿਸੇ ਨੇ ਤੁਹਾਡੇ ਸਤਕਾਰ ਵਜੋਂ ਵੀ ਕੋਈ ਬਚਨ ਨਹੀਂ ਬੋਲਿਆ ਉੱਥੇ। ਸ਼ਾਹ ਤਿਸੀ ਨੇ ਪਾਪ ਕਮਾਏ। ਸ਼ਾਹ ਨੇ ਬੜਾ ਵੱਡਾ ਪਾਪ ਕਮਾਇਆ ਹੈ। ਤੋ ਸਹਾਏ ਹਿਤ ਹਮ ਚੱਲ ਆਏ। ਤਪਸਵੀ ਤੇਰੀ ਸਹਾਇਤਾ ਕਰਨ ਵਾਸਤੇ ਅਸੀਂ ਚੱਲ ਕੇ ਆਏ ਹਾਂ। ਚੱਲ ਆਗੇ ਕਰ ਦਿਓ ਦਿਖਾਈ। ਚਲੋ ਅੱਗੇ ਲੱਗ ਕੇ ਚੱਲੋ, ਸਾਨੂੰ ਉਹ ਘਰ ਵਿਖਾਓ, ਕਿਹੜਾ ਹੈ ਉਹ ਘਰ ਸ਼ਾਹੂਕਾਰ ਦਾ। ਸੁਨ ਕਰ ਤਪਸੀ ਪਇਓ ਅਗਵਾਈ। ਸੁਣ ਕੇ ਉਹ ਤਪਸਵੀ ਅੱਗੇ ਅੱਗੇ ਟੁਰ ਪਿਆ। ਮੁਝ ਕੋ ਪੀ ਇੱਕ ਦਿਓ ਮਸਾਲ। ਤਪਸਵੀ ਕਹਿੰਦਾ ਵੀ ਤੁਸੀਂ ਇਕੱਲੇ ਹੀ ਸਾੜੋਗੇ ਘਰ, ਇੱਕ ਮਸ਼ਾਲ ਮੈਨੂੰ ਵੀ ਦੇ ਦਿਓ, ਮੈਂ ਵੀ ਨਾਲ ਤੁਹਾਡੇ ਮਦਦ ਕਰਦਾ। ਵੀ ਇੱਕ ਜਿਹੜੀ ਮਸ਼ਾਲ ਹੈ ਬਲਦੀ ਹੋਈ, ਉਹ ਮੈਨੂੰ ਵੀ ਦੇ ਦਿਓ। ਦਈ ਤਿਨੋ ਗਹਿ ਕੇ ਕਰ ਨਾਲ। ਉਹਨਾਂ ਨੇ ਇੱਕ ਮਸ਼ਾਲ ਤਪਸਵੀ ਨੂੰ ਵੀ ਫੜਾ ਦਿੱਤੀ। ਦੂਤਨ ਕੋ ਤਬ ਲਗਿਓ ਜਲਾਵਨ। ਤਪਸਵੀ ਨੇ ਮਸ਼ਾਲ ਫੜੀ ਤੇ ਉਹਨਾਂ ਦੂਤਾਂ ਨੂੰ ਹੀ ਸਾੜਨ ਲੱਗਾ। ਕਹਿੰਦਾ ਪਹਿਲਾਂ ਤੁਹਾਨੂੰ ਸਾੜਨਾ, ਪਹਿਲਾਂ ਤਾਂ ਤੁਹਾਨੂੰ ਹੀ ਜਲਾਉਣਾ। ਉਹਨਾਂ ਦੂਤਾਂ ਨੂੰ ਸਾੜਨ ਲੱਗਾ। ਭਾਗੇ ਤਪਸੀ ਤੇ ਡਰ ਪਾਵਨ। ਉਹ ਡਰ ਕੇ ਭੱਜ ਪਏ। ਤਪਸਵੀ ਪਿੱਛੇ ਪਿੱਛੇ, ਉਹ ਅੱਗੇ ਅੱਗੇ। ਕਹਿੰਦਾ ਠਹਿਰੋ, ਪਹਿਲਾਂ ਤਾਂ ਤੁਹਾਨੂੰ ਸਾੜਨਾ ਮੈਂ। ਉਹ ਅੱਗੇ ਅੱਗੇ, ਤਪਸਵੀ ਪਿੱਛੇ ਪਿੱਛੇ। ਲਗਿਓ ਸੁਨਾਵਨ ਤਿੰਨ ਬਖਿਆਤਾ। ਫਿਰ ਉਹਨਾਂ ਨੂੰ ਸੁਣਾ ਕੇ ਕਹਿਣ ਲੱਗਾ, ਤਪਸਵੀ ਬੋਲਿਆ, ਨੀਕੋ ਸ਼ਾਹ ਸਬਨ ਕੋ ਦਾਤਾ। ਕਹਿੰਦਾ ਵੀ ਉਹ ਸ਼ਾਹੂਕਾਰ ਵਰਗਾ ਤਾਂ ਬੰਦਾ ਹੀ ਕੋਈ ਨਹੀਂ, ਜਿਹਨੇ ਅੱਜ ਸਾਰਾ ਦਿਨ ਪਤਾ ਨਹੀਂ ਕਿੰਨੇ ਬੰਦਿਆਂ ਨੂੰ ਰੋਟੀ ਖਵਾਈ। ਸੈਂਕੜੇ ਬੰਦਿਆਂ ਦਾ ਉਹ ਦਾਤਾ ਬਣਿਆ, ਉਹਨੇ ਕਈ ਬੰਦਿਆਂ ਨੂੰ ਅੱਜ ਰੋਟੀ ਖਵਾਈ ਹੈ। ਵਿਸ਼ਨ ਜੇ ਅੰਤਰ ਜਾਮੀ ਪ੍ਰੇਰੇ। ਕਿ ਜਿਹੜਾ ਵਿਸ਼ਨੂੰ ਹੈ, ਭਗਵਾਨ ਜਿਹਨੇ ਤੁਹਾਨੂੰ ਇੱਥੇ ਮੇਰੇ ਕੋਲ ਭੇਜਿਆ, ਉਹ ਅੰਤਰਜਾਮੀ ਹੈ, ਉਹ ਜੇ ਸਾਰਿਆਂ ਨੂੰ ਪ੍ਰੇਰਦਾ ਹੈ। ਤੋ ਦਾਤਾ ਦੇ ਤੋ ਬਿਨ ਦੇਰੇ। ਸ਼ਾਹੂਕਾਰ ਨੂੰ ਪ੍ਰੇਰ ਦਿੰਦਾ, ਉਹ ਮੈਨੂੰ ਵੀ ਰੋਟੀ ਦੇ ਦਿੰਦਾ, ਉਹ ਸਾਰਿਆਂ ਨੂੰ ਦੇ ਰਿਹਾ ਸੀ। ਉਹਨੂੰ ਵਿਸ਼ਨੂੰ ਪ੍ਰੇਰ ਦਿੰਦਾ ਤੇ ਮੈਨੂੰ ਵੀ ਰੋਟੀ ਦੇ ਦਿੰਦਾ। ਇਹ ਤਾਂ ਵਿਸ਼ਨੂੰ ਦਾ ਕਸੂਰ ਹੈ ਨਾ, ਵੀ ਉਹਨੇ ਪ੍ਰੇਰਿਆ ਹੀ ਨਹੀਂ ਉਹਨੂੰ। ਜੋ ਪ੍ਰੇਰ ਦਿੰਦਾ ਸ਼ਾਹੂਕਾਰ ਨੂੰ, ਤਾਂ ਰੋਟੀ ਮੈਨੂੰ ਵੀ ਦੇ ਦਿੰਦਾ। ਸਭ ਜਗ ਕਰਤਾ ਕਿਰਤ ਕਰਾਵਤ। ਸਾਰਾ ਜਗਤ ਤਾਂ ਕਿਰਤ ਹੈ, ਉਹ ਕਰਤਾ ਤਾਂ ਭਗਵਾਨ ਹੀ ਹੈ, ਜਿਹੜਾ ਸਾਰਿਆਂ ਕੋਲੋਂ ਕਰਾਉਣ ਵਾਲਾ ਹੈ। ਕਹਾਂ ਸ਼ਾਹ ਵਸ ਜੇ ਪ੍ਰਭ ਦਿਆਵਤ। ਜੇ ਪ੍ਰਮਾਤਮਾ ਹੀ ਨਹੀਂ ਚਾਹੁੰਦਾ ਤੇ ਸ਼ਾਹੂਕਾਰ ਦੇ ਵਸ ਵਿੱਚ ਕੀ ਹੈ। ਹਰ ਸੁਆਮੀ ਕਰਤਾ ਨਿਤ ਦਾਇਆ। ਹਰੀ ਸੁਆਮੀ ਸਾਰਿਆਂ ਤੇ ਦਇਆ ਕਰਦਾ ਹੈ। ਹਮ ਅਧੀਨ ਸਭ ਤਿਸ ਕੀ ਮਾਇਆ। ਇਹ ਸਭ ਉਹਦੀ ਮਾਇਆ ਤੇ ਅਸੀਂ ਉਹਦੇ ਅਧੀਨ ਹਾਂ। ਤੁਮ ਕੋ ਚਰਨ ਬੰਦਨਾ ਬਰਨੀ। ਹਾਂ, ਤੁਹਾਨੂੰ ਤਾਂ ਉਹਦੇ ਅੱਗੇ ਚਰਨ ਬੰਦਨਾ ਕਰਨੀ ਚਾਹੀਦੀ ਹੈ। ਐਸੀ ਫੇਰ ਨਹੀਂ ਕਬ ਕਰਨੀ। ਇਦਾਂ ਦੀ ਕਰਨੀ ਨਹੀਂ ਕਰਨੀ ਕਿ ਤੁਸੀਂ ਆ ਕੇ ਕਿਸੇ ਦਾ ਘਰ ਸਾੜਨ ਲੱਗ ਪਓ। ਇਹ ਤਾਂ ਪ੍ਰਮਾਤਮਾ ਦੇ ਵੱਸ 'ਚ ਹੈ ਨਾ ਸਾਰਾ ਕੁਝ। ਉਹ ਪ੍ਰੇਰਦਾ ਸ਼ਾਹੂਕਾਰ ਨੂੰ, ਤਾਂ ਉਹ ਮੈਨੂੰ ਵੀ ਦੋ ਪ੍ਰਸ਼ਾਦੇ ਦੇ ਦਿੰਦਾ। ਸੁਨੋ ਨੀਂਗਰਾ ਗੁਰ ਕਹਿ ਤੋ ਨਾ। ਕਲਗੀਧਰ ਜੀ ਨੇ ਸਾਖੀ ਸੁਣਾਈ ਤੇ ਆਨੰਦ ਸਿੰਘ ਨੂੰ ਕਹਿੰਦੇ, ਆਨੰਦ ਸਿੰਘ ਸੋਹਣੇ ਸਾਖੀ। ਤਿਆਗੀ ਬਣੇ ਤਾਂ ਐਸਾ ਹੋਣਾ। ਜੇ ਤਿਆਗੀ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਬਣੇ। ਜੇ ਤਪਸਵੀ ਬਣਨਾ ਨਾ, ਤਿਆਗੀ, ਤੇ ਫਿਰ ਇਸ ਤਰ੍ਹਾਂ ਦਾ ਬਣੇ ਜਿਵੇਂ ਜਿਹਾ ਅਸੀਂ ਦੱਸਿਆ ਹੈ। ਪਰ ਅਵਗੁਣ ਚਿਤਵੋ ਨੈ ਕੋਈ। ਕਿ ਕਿਸੇ ਦੂਜੇ ਦਾ ਅਵਗੁਣ ਆਪਣੇ ਮਨ 'ਚ ਨਾ ਚਿਤਵੀਂ।
ਕਿਸੇ ਦੂਜੇ ਦੀ ਬੁਰਾਈ, ਕਿਸੇ ਦਾ ਦੂਜੇ ਦਾ ਔਗਣ ਉਹ ਆਪਣੇ ਮਨ ਵਿੱਚ ਨਾ ਚਿਤਵੀਂ। ਸੁਨ ਕਰ ਨਿਮਰ ਦੂਤ ਦ્વੈ ਹੋਈ। ਕਹਿੰਦੇ ਜਦੋਂ ਉਹਨਾਂ ਦੂਤਾਂ ਨੇ ਤਪਸਵੀ ਦੀ ਗੱਲ ਸੁਣੀ, ਉਹਨਾਂ ਨੇ ਹੱਥ ਜੋੜ ਲਏ। ਵਿਦਾ ਹੋਏ ਪਹੁੰਚੇ ਦਰਬਾਰਾ। ਉਹ ਦੂਤ ਵਿਦਾ ਹੋ ਕੇ ਭਗਵਾਨ ਦੇ ਦਰਬਾਰ 'ਚ ਪਹੁੰਚੇ। ਮਹਾਰਾਜ ਸੰਗ ਸਕਲ ਉਚਾਰਾ। ਔਰ ਜਾ ਕੇ ਭਗਵਾਨ ਜੀ ਨੂੰ ਸਾਰੀ ਗੱਲ ਦੱਸੀ। ਪਰਚੇ ਉਹ ਸੱਚ, ਪਰਚੇ ਵਿੱਚ ਸਾਚਾ। ਕਹਿੰਦੇ ਉਹ ਸੱਚ ਵਿੱਚ ਪਰਚਿਆ ਹੋਇਆ ਤਪਸਵੀ, ਤੇ ਸੱਚ ਉਹਦੇ ਵਿੱਚ ਪਰਚਿਆ ਹੋਇਆ ਹੈ। ਗਇਓ ਸੰਤੋਖ ਉਬਾਚ ਨ ਜਾਚਾ। ਉਹਨੇ ਸੰਤੋਖ ਪਕੜਿਆ ਹੋਇਆ ਆਪਣੇ ਮਨ ਵਿੱਚ, ਸੰਤੋਖ ਨੂੰ ਧਾਰਨ ਕਰਕੇ ਔਰ ਕਿਸੇ ਪ੍ਰਕਾਰ ਦਾ ਕਿਸੇ ਕੋਲੋਂ ਕੁਝ ਨਹੀਂ ਮੰਗਿਆ। ਕਰਤਾ ਪੁਰਖ ਮਹਾਨ ਪ੍ਰਸੰਨੇ। ਗੁਣ ਸੰਤੋਖ ਆਦ ਮਨ ਮੰਨੇ। ਕਹਿੰਦੇ ਭਗਵਾਨ ਜੀ ਉਸ ਵੇਲੇ ਬੜੇ ਪ੍ਰਸੰਨ ਹੋਏ ਉਸ ਤਪਸਵੀ ਤੇ ਕਿ ਜਿਹਨੇ ਸੰਤੋਖ ਧਾਰਨ ਕੀਤਾ। ਤਪਸਵੀ ਇਹੋ ਜਿਹਾ ਹੋਵੇ, ਤਿਆਗੀ ਇਹੋ ਜਿਹਾ ਹੋਵੇ ਕਿ ਉਹਦੇ ਅੰਦਰ ਸੰਤੋਖ ਹੋਣਾ ਚਾਹੀਦਾ ਹੈ। ਪਠ ਬਿਬਾਨ ਕੋ ਨਿਕਟ ਬੁਲਾਇਓ। ਆਪਨ ਲੋਕ ਮੈਂ ਭਲੇ ਬਸਾਇਓ। ਔਰ ਵਿਵਾਨ ਭੇਜ ਕੇ ਉਸ ਤਪਸਵੀ ਨੂੰ ਆਪਣੇ ਲੋਕ ਵਿੱਚ, ਆਪਣੀ ਪੁਰੀ ਵਿੱਚ ਵਸਾ ਦਿੱਤਾ। ਆਪਣੇ ਨਿਜ ਘਰ ਦੇ ਵਿੱਚ ਅਪੇਦ ਕਰ ਲਿਆ। ਮਹਾਰਾਜ ਜੀ ਕਹਿੰਦੇ ਜੇ ਤਿਆਗੀ ਬਣਨਾ ਤੇ ਫਿਰ ਉਸ ਤਪਸਵੀ ਵਰਗਾ ਬਣੇ। ਹੁਣ ਅੱਗੇ ਮਹਾਰਾਜ ਜੀ ਕਹਿੰਦੇ ਜੇ ਗ੍ਰਸਤੀ ਬਣਨਾ ਤੇ ਫਿਰ ਕਿਸ ਤਰ੍ਹਾਂ ਦਾ ਹੋਵੇ, ਉਹ ਵੀ ਮਹਾਰਾਜ ਜੀ ਸਾਖੀ ਦੱਸ ਰਹੇ ਨੇ।